ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਹੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਇਹ ਸ਼ਬਦ, ਇਹ ਸ਼ਾਇਰ ਉਹਨਾਂ ਖਾਸ ਸ਼ਖਸੀਅਤਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੀ ਕੜੀ ਮਿਹਨਤ ਨਾਲ ਉਹ ਮੁਕਾਮ ਹਾਸਲ ਕਰਦੇ ਨੇ ਜਿਹੜਾ ਇੱਕ ਸੁਪਨਾ ਹੁੰਦਾ ਹੈ। ਤਾਂ ਇਸ ਦੇ ਤਹਿਤ ਬੀਤੇ ਕੱਲ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੇ ਸਟੇਟ ਅਵਾਰਡ ਦਿੱਤਾ ਗਿਆ। ਤਾਂ ਇਹਨਾਂ ਅਧਿਆਪਕਾਂ ਵਿੱਚੋਂ ਇੱਕ ਅਧਿਆਪਕ ਨੇ ਮਾਸਟਰ ਪੂਰਨ ਸਿੰਘ। ਸਟੇਟ ਅਵਾਰਡ ਮਿਲਿਆ ਜੀ, ਕਿੰਨਾ ਕੁ ਉਤਸ਼ਾਹ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਭਰੇ ਸੁਨੇਹੇ ਪਹੁੰਚ ਰਹੇ ਨੇ। ਜਦੋਂ ਮੈਨੂੰ ਇਹ ਖਬਰ ਪਤਾ ਲੱਗੀ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਜੋ ਸਟੇਟ ਅਵਾਰਡ ਲਈ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਗਈ ਆ, ਤਾਂ ਉਹਦੇ ਵਿੱਚ ਜਦੋਂ ਮੇਰਾ ਨਾਮ ਮੈਨੂੰ ਫੋਨ ਆਏ ਦੋਸਤਾਂ ਮਿੱਤਰਾਂ ਦੇ ਸਾਡੇ ਵਿਭਾਗ ਤੋਂ, ਤੇ ਬਹੁਤ ਜ਼ਿਆਦਾ ਖੁਸ਼ੀ ਦਾ ਅਹਿਸਾਸ ਹੋਇਆ ਤੇ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਕਿੰਨਾ ਕੁ ਤੁਹਾਡਾ ਮਿਹਨਤ ਰਹੀ ਹੈ ਇਸ ਸਫ਼ਰ ਦੌਰਾਨ ਤੇ ਇਹ ਮੁਕਾਮ ਹਾਸਲ ਕਰਨਾ ਇੱਕ ਸੁਪਨਾ ਹੁੰਦਾ ਹੈ ਤੇ ਤੁਹਾਡਾ ਸੁਪਨਾ ਉਹ ਸਾਕਾਰ ਹੋਇਆ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਪਰਿਵਾਰ ਵਿੱਚ ਮੈਂ ਪਹਿਲਾਂ ਜਿਹਨੇ 10ਵੀਂ ਪਾਸ ਕੀਤੀ ਆ, ਸਾਲ 2019 ਚ ਸਾਡੇ ਵਿਭਾਗ ਨੇ ਇੱਕ ਸਿੱਧੀ ਭਰਤੀ ਇੱਕ ਖੋਲੀ ਜਿਹਦੇ ਵਿੱਚ ਮੈਂ ਟੈਸਟ ਕਲੀਅਰ ਕਰਕੇ ਬਤੌਰ ਸੈਂਟਰ ਹੈੱਡ ਟੀਚਰ 2019 ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮੈਣ ਵਿਖੇ ਜੁਆਇਨ ਕੀਤਾ। ਤੁਹਾਡੇ ਬਾਰੇ ਪਿੰਡ ਚੋਂ ਪਤਾ ਲੱਗਿਆ ਹੈ ਕਿ ਬਹੁਤ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਹੋ, ਬਹੁਤ ਸਾਰੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿਵਾਇਆ ਤੁਸੀਂ, ਬਹੁਤ ਸਾਰੇ ਫੌਜ 'ਚ ਭਰਤੀ ਕਰਵਾਏ। ਉਹ ਕਿੱਦਾਂ ਦਾ ਸਫ਼ਰ ਰਿਹਾ? ਮੈਂ ਤੁਹਾਡੇ ਬਾਰੇ ਸੁਣ ਰਿਹਾ ਸੀਗਾ ਕਿ ਜੇਕਰ ਕਿਸੇ ਬੱਚੇ ਕੋਲ ਫੀਸ ਤੱਕ ਨਹੀਂ ਹੁੰਦੀ ਸੀਗੀ ਤਾਂ ਤੁਸੀਂ ਉਹਦੀ ਫੀਸ ਵੀ ਭਰਤੀ, ਸਕੂਲ ਤੋਂ ਇਲਾਵਾ ਵੀ ਜੇਕਰ ਕਿਤੇ ਉਸ ਨੂੰ ਲੋੜ ਪੈਂਦੀ ਹੈ ਤਾਂ ਉਹ ਫੀਸ ਵੀ ਤੁਸੀਂ ਭਰ ਦਿੰਦੇ ਸੀ। ਕੀ ਇਹ ਸਭ ਕੁਝ ਅੱਜ ਮਿਹਨਤ ਦਾ ਫਲ ਤੁਹਾਨੂੰ ਮਿਲਿਆ? +2 ਤੋਂ ਬਾਅਦ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਹੜਾ ਰਸਤਾ ਚੁਣਾ, ਤਾਂ ਤੁਸੀਂ ਕਿਸ ਨੂੰ ਇਹ ਮੰਨਿਆ, ਕਿਸ ਦੇ ਰਾਹੀਂ ਇਹ ਸਭ ਕੁਝ ਪ੍ਰਾਪਤ ਕੀਤਾ ਕਿ ਮੈਂ MA ਵੀ ਕਰਨੀ ਆ ਤੇ ਮਾਸਟਰ ਵਾਲੀ ਲਾਈਨ 'ਚ ਵੀ ਪੈਣਾ? ਇੱਕ ਬਚਪਨ ਤੋਂ ਹੀ ਇੱਛਾ ਸੀਗੀ ਕਿ ਮੈਂ ਅਧਿਆਪਕ ਬਣਨਾ ਜੀ? ਸਾਡੇ ਜੋ ਅਧਿਆਪਕ ਸਾਹਿਬਾਨ ਸੀਗੇ ਤਾਂ ਉਹਨਾਂ ਨੇ ਉੱਥੋਂ ਹੀ ਸਾਨੂੰ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਬੱਚਿਓ ਤੁਹਾਡੇ ਵਿੱਚ ਆਹ ਗੁਣ ਨੇ ਵੀ ਤੁਸੀਂ ਅਧਿਆਪਨ ਕਿੱਤੇ ਵੱਲ ਜਾ ਸਕਦੇ ਹੋ। ਤੇ ਉਹਨਾਂ ਅਧਿਆਪਕਾਂ ਨੇ ਹੀ ਸਾਡੀ ਉਦੋਂ ਅਗਵਾਈ ਕੀਤੀ ਕਿ ਤੁਸੀਂ ਅਧਿਆਪਨ ਖੇਤਰ ਵਿੱਚ ਜਾਇਓ। ਤੁਸੀਂ ਸਤਨਾਮ ਜੀ ਕਿਉਂਕਿ ਅਗਵਾਈ ਦੀ ਗੱਲ ਕੀਤੀ ਆ, ਚਲੋ ਕਿਤੇ ਕਿਤੇ ਥੋੜਾ ਜਿਹਾ ਇਸ ਗੱਲ ਦਾ ਮੈਂ ਇੱਥੋਂ ਇਸ ਆਪ ਜੀ ਦੇ ਰਾਹੀਂ ਇਹ ਸਾਡੇ ਵਿਭਾਗ ਨੂੰ ਜਾਂ ਪੂਰੇ ਇੱਕ ਪੰਜਾਬੀਆਂ ਨੂੰ ਇੱਕ ਮੈਂ ਬੇਨਤੀ ਗੁਜ਼ਾਰਿਸ਼ ਵੀ ਕਰਨੀ ਚਾਹਾਂਗਾ ਕਿ ਸਾਡੇ ਕਿਤੇ ਕਿਤੇ ਅਗਵਾਈ ਦੀ ਕਮੀ ਹੈ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਹੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਇਹ ਸ਼ਬਦ, ਇਹ ਸ਼ਾਇਰ ਉਹਨਾਂ ਖਾਸ ਸ਼ਖਸੀਅਤਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੀ ਕੜੀ ਮਿਹਨਤ ਨਾਲ ਉਹ ਮੁਕਾਮ ਹਾਸਲ ਕਰਦੇ ਨੇ ਜਿਹੜਾ ਇੱਕ ਸੁਪਨਾ ਹੁੰਦਾ ਹੈ। ਤਾਂ ਇਸ ਦੇ ਤਹਿਤ ਬੀਤੇ ਕੱਲ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੇ ਸਟੇਟ ਅਵਾਰਡ ਦਿੱਤਾ ਗਿਆ। ਤਾਂ ਇਹਨਾਂ ਅਧਿਆਪਕਾਂ ਵਿੱਚੋਂ ਇੱਕ ਅਧਿਆਪਕ ਨੇ ਮਾਸਟਰ ਪੂਰਨ ਸਿੰਘ, ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਮੈਣ ਵਿਖੇ ਆਪਣਾ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਨੇ। ਤਾਂ ਉਹਨਾਂ ਨਾਲ ਗੱਲਬਾਤ ਕਰਨ ਆਏ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਇੱਥੋਂ ਤੱਕ ਦਾ ਸਫ਼ਰ ਉਹਨਾਂ ਦਾ ਕਿਵੇਂ ਰਿਹਾ। ਸੋ ਪੂਰਨ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਰੋਜ਼ਾਨਾ ਲੋਕਨਾਟ TV ਤੇ। ਧੰਨਵਾਦ ਜੀ। ਜੀ ਹਾਂਜੀ, ਬੀਤੇ ਕੱਲ ਸਟੇਟ ਅਵਾਰਡ ਮਿਲਿਆ ਜੀ, ਕਿੰਨਾ ਕੁ ਉਤਸ਼ਾਹ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਭਰੇ ਸੁਨੇਹੇ ਪਹੁੰਚ ਰਹੇ ਨੇ? ਬਿਲਕੁਲ ਜੀ, ਬਹੁਤ ਜ਼ਿਆਦਾ ਜਦੋਂ ਮੈਨੂੰ ਇਹ ਖਬਰ ਪਤਾ ਲੱਗੀ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਜੋ ਸਟੇਟ ਅਵਾਰਡ ਲਈ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਗਈ ਆ, ਤਾਂ ਉਹਦੇ ਵਿੱਚ ਜਦੋਂ ਮੇਰਾ ਨਾਮ ਮੈਨੂੰ ਫੋਨ ਆਏ ਦੋਸਤਾਂ ਮਿੱਤਰਾਂ ਦੇ ਸਾਡੇ ਵਿਭਾਗ ਤੋਂ, ਤੇ ਬਹੁਤ ਜ਼ਿਆਦਾ ਖੁਸ਼ੀ ਦਾ ਅਹਿਸਾਸ ਹੋਇਆ ਤੇ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਤਾਂ ਗੱਲ ਕਰੀਏ ਕਿ ਇਸ ਸਫ਼ਰ ਦਾ ਕਿੰਨਾ ਕੁ ਤੁਹਾਡਾ ਮਿਹਨਤ ਰਹੀ ਹੈ ਇਸ ਸਫ਼ਰ ਦੌਰਾਨ ਤੇ ਇਹ ਮੁਕਾਮ ਹਾਸਲ ਕਰਨਾ ਇੱਕ ਸੁਪਨਾ ਹੁੰਦਾ ਹੈ ਤੇ ਤੁਹਾਡਾ ਸੁਪਨਾ ਉਹ ਸਾਕਾਰ ਹੋਇਆ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਿਲਕੁਲ ਸਤਨਾਮ ਜੀ, ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਪਰਿਵਾਰ ਵਿੱਚ ਮੈਂ ਪਹਿਲਾਂ ਜਿਹਨੇ 10ਵੀਂ ਪਾਸ ਕੀਤੀ ਆ, ਤੇ ਮੈਂ ਕਿਉਂਕਿ ਆਪਣੇ ਹੀ ਪਿੰਡ ਦੇ ਸਰਕਾਰੀ ਸਕੂਲ ਤੋਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਤੋਂ 12ਵੀਂ ਪਾਸ ਕੀਤੀ ਜੀ। ਫਿਰ BA ਭਾਗ ਪਹਿਲਾ ਮੈਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ, ਤੇ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ETT ਦਾ ਉਦੋਂ ਐਂਟਰੈਂਸ ਟੈਸਟ ਹੋਇਆ ਕਰਦਾ ਸੀਗਾ, ਤੇ ਉਹ ਪ੍ਰੀਖਿਆ ਮੇਰੀ ਕਲੀਅਰ ਹੋਈ, ਤੇ ਮੈਂ 2 ਸਾਲ ਦੀ ਜੋ ਸਾਡੇ ਅਧਿਆਪਨ ਕਿੱਤੇ ਦੀ ਟ੍ਰੇਨਿੰਗ ਹੈ ETT ਟੀਚਰ ਟ੍ਰੇਨਿੰਗ, ਉਹ ਡਾਈਟ ਨਾਭਾ ਤੋਂ ਪ੍ਰਾਪਤ ਕੀਤੀ। ਤੇ ਡਾਈਟ ਨਾਭਾ ਤੋਂ ਉਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਫਿਰ ਮੈਂ ਸਰਕਾਰੀ ਨੌਕਰੀ ਵਿੱਚ ਸਾਲ 2004 ਵਿੱਚ ਆਇਆ। ਤੇ ਸਭ ਤੋਂ ਪਹਿਲਾਂ ਮੈਂ 2 ਸਾਲ ਜਿਹੜੇ ਸਰਕਾਰੀ ਐਲੀਮੈਂਟਰੀ ਸਕੂਲ ਇਮਾਮ ਨਗਰ, ਸਾਡੇ ਕਰਹਾਲੀ ਸਾਹਿਬ ਦੇ ਨੇੜੇ ਇੱਕ ਪਿੰਡ ਆ, ਉੱਥੇ ਲਗਾਏ। ਉਸ ਤੋਂ ਬਾਅਦ ਮੈਂ 1.5 ਕੁ ਸਾਲ ਸਰਕਾਰੀ ਐਲੀਮੈਂਟਰੀ ਸਕੂਲ ਬੀਬੀਪੁਰ ਵਿਖੇ ਕੰਮ ਕੀਤਾ, ਤੇ ਉਸ ਤੋਂ ਬਾਅਦ ਮੈਂ 13 ਸਾਲ ਆਪਣੇ ਜੀਵਨ ਦਾ, ਮੈਂ ਤਾਂ ਕਹਾਂਗਾ ਕਿ ਇੱਕ ਲੰਮਾ ਪਿੰਡ ਆ ਜੋ ਸਰਕਾਰੀ ਐਲੀਮੈਂਟਰੀ ਸਕੂਲ ਦਸ਼ਮੇਸ਼ ਨਗਰ ਵਿਖੇ ਬਿਤਾਇਆ। ਤੇ ਉਸ ਤੋਂ ਬਾਅਦ ਸਾਲ 2019 ਚ ਸਾਡੇ ਵਿਭਾਗ ਨੇ ਇੱਕ ਸਿੱਧੀ ਭਰਤੀ ਇੱਕ ਖੋਲੀ, ਜਿਹਦੇ ਵਿੱਚ ਮੈਂ ਟੈਸਟ ਕਲੀਅਰ ਕਰਕੇ ਬਤੌਰ ਸੈਂਟਰ ਹੈੱਡ ਟੀਚਰ 2019 ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮੈਨ ਵਿਖੇ ਜੁਆਇਨ ਕੀਤਾ, ਤੇ ਅੱਜ ਕੱਲ੍ਹ ਮੈਂ ਉੱਥੇ ਹੀ ਬਤੌਰ ਸੈਂਟਰ ਹੈੱਡ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਜੀ, ਤੁਹਾਡੇ ਬਾਰੇ ਪਿੰਡ 'ਚੋਂ ਪਤਾ ਲੱਗਿਆ ਹੈ ਕਿ ਬਹੁਤ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਹੋ, ਤੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿਵਾਇਆ ਤੁਸੀਂ, ਬਹੁਤ ਸਾਰੇ ਫੌਜ 'ਚ ਭਰਤੀ ਕਰਵਾਏ ਨੇ, ਕਿਉਂਕਿ ਸਕੂਲ ਤੋਂ ਬਾਅਦ ਵੀ ਪੜ੍ਹਾਇਆ। ਉਹ ਕਿੱਦਾਂ ਦਾ ਸਫ਼ਰ ਰਿਹਾ, ਤੇ ਇਹ ਮਨ ਵਿੱਚ ਗੱਲ ਕਿਵੇਂ ਆਈ ਕਿ ਬੱਚਿਆਂ ਨੂੰ ਸਿੱਖਿਆ ਇਸ ਤਰੀਕੇ ਨਾਲ ਵੀ ਦਿੱਤੀ ਜਾ ਸਕਦੀ ਹੈ? ਬਿਲਕੁਲ ਸਤਨਾਮ ਜੀ, ਦੇਖੋ ਪ੍ਰਾਇਮਰੀ ਪੱਧਰ ਤੇ ਵਿਚਰਦਿਆਂ ਇੱਕ ਮੇਰਾ ਧਿਆਨ ਰਿਹਾ ਕਿ ਜਿਹੜੇ ਸਾਡੇ ਪ੍ਰਾਇਮਰੀ ਪੱਧਰ ਦੇ ਬੱਚੇ ਨੇ, ਇਹਨਾਂ ਨੂੰ ਘੱਟੋ ਘੱਟ ਇਹਨਾਂ ਦੀ ਮਾਤ ਭਾਸ਼ਾ, ਜਿਵੇਂ ਆਪਣੀ ਮਾਤ ਭਾਸ਼ਾ ਪੰਜਾਬੀ ਆ, ਗਣਿਤ ਤੇ ਵਾਤਾਵਰਨ, ਇਹਦੇ ਵਿੱਚ ਨਿਪੁੰਨ ਬਣਾਇਆ ਜਾਵੇ। ਤੇ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਕਿ 5ਵੀਂ ਚੋਂ ਇੱਕ ਅਜਿਹਾ ਬੱਚਾ ਅਸੀਂ ਅੱਗੇ ਭੇਜੀਏ ਜਿਸ ਬੱਚੇ ਨੂੰ, ਜਿਹੜਾ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਬਿਲਕੁਲ ਪਰਿਪੱਕ ਹੋਵੇ, ਗਣਿਤ ਵਿੱਚ ਬਿਲਕੁਲ ਪਰਿਪੱਕ ਹੋਵੇ, ਕਿਉਂਕਿ ਪ੍ਰਾਇਮਰੀ ਸਿੱਖਿਆ ਇੱਕ ਨੀਂਹ ਹੁੰਦੀ ਆ, ਮੁੱਢਲੀ ਸਿੱਖਿਆ ਤਾਂ ਹੀ ਇਹਨੂੰ ਕਿਹਾ ਜਾਂਦਾ, ਤੇ ਨੀਂਹ ਇੰਨੀ ਕੁ ਅਸੀਂ ਮਜ਼ਬੂਤ ਕਰ ਪਾਈਏ ਕਿ ਬੱਚੇ ਨੂੰ ਸਾਰੀ ਉਮਰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਤੇ ਮੈਨੂੰ ਇੱਥੇ ਦੱਸਦਿਆਂ ਬੜਾ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਇਸ ਕਾਰਜ ਵਿੱਚ ਸਫਲ ਵੀ ਹੋ ਪਾਏ। ਤੇ ਸਾਡੇ ਬਹੁਤ ਸਾਰੇ ਜਿਹੜੇ ਬੱਚੇ ਨੇ, ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਨੇ। ਤੇ ਦੂਜਾ, ਪ੍ਰਾਇਮਰੀ ਪੱਧਰ ਤੇ ਇਹ ਧਿਆਨ ਹੁੰਦਾ ਸੀਗਾ ਕਿ ਹਰ ਇੱਕ ਬੱਚੇ ਦੇ ਵਿੱਚ, ਹਰ ਇੱਕ ਵਿਦਿਆਰਥੀ ਦੇ ਵਿੱਚ ਕੋਈ ਹੁਨਰ ਜ਼ਰੂਰ ਹੁੰਦਾ। ਕੋਈ ਵਿਦਿਆਰਥੀ ਚੰਗਾ ਖਿਡਾਰੀ ਹੋ ਸਕਦਾ, ਕੋਈ ਚੰਗਾ ਗਾਇਕ ਆ, ਕੋਈ ਚੰਗਾ ਕਲਾਕਾਰ ਆ, ਕੋਈ ਚੰਗਾ ਚਿੱਤਰਕਾਰ ਆ। ਹਰ ਬੱਚੇ ਵਿੱਚ ਇੱਕ ਵਿਲੱਖਣਤਾ। ਪ੍ਰਾਇਮਰੀ ਪੱਧਰ ਤੇ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਆ ਕਿ ਅਸੀਂ ਉਸ ਬੱਚੇ ਅੰਦਰ ਇੱਕ ਛੁਪੀ ਹੋਈ ਉਸ ਪ੍ਰਤਿਭਾ ਨੂੰ, ਉਸ ਹੁਨਰ ਨੂੰ, ਉਸ ਕਲਾ ਨੂੰ ਅਸੀਂ ਪਹਿਚਾਨਣਾ ਹੁੰਦਾ। ਤੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਕਿ ਇੱਕ ਵਿਦਿਆਰਥੀ ਨੂੰ ਅਸੀਂ ਪ੍ਰਾਇਮਰੀ ਪੱਧਰ ਤੇ ਦੱਸ ਪਾਈਏ ਕਿ ਬੱਚੇ ਤੂੰ ਵਧੀਆ ਖਿਡਾਰੀ ਹੈ, ਜਾਂ ਤੂੰ ਵਧੀਆ ਗਾਇਕ ਹੈ, ਜਾਂ ਤੂੰ ਵਧੀਆ ਕਲਾਕਾਰ ਹੈ, ਜਾਂ ਤੂੰ ਇੱਕ ਵਧੀਆ ਚਿੱਤਰਕਾਰ ਹੈ। ਇਹਦੇ ਲਈ ਅਸੀਂ ਮਾਪਿਆਂ ਨਾਲ ਵੀ ਲਗਾਤਾਰ ਰਾਬਤਾ ਰੱਖਦੇ ਹਾਂ। ਹਰ ਮਹੀਨੇ ਅਸੀਂ ਮਾਪੇ ਅਧਿਆਪਕ ਮਿਲਣੀ ਕਰਦੇ ਹਾਂ, ਜਿਹਦੇ ਵਿੱਚ ਮਾਪਿਆਂ ਨੂੰ ਵੀ ਦੱਸਿਆ ਗਿਆ ਵੀ ਤੁਹਾਡੇ ਬੱਚੇ ਵਿੱਚ ਆਹ ਗੁਣ ਆ, ਕਿਉਂਕਿ ਇਹ ਇੱਕ ਤਿੰਨੋਂ ਤਰ੍ਹਾਂ ਦੀ ਪ੍ਰਕਿਰਿਆ, ਵਿਦਿਆਰਥੀ, ਅਧਿਆਪਕ ਤੇ ਮਾਪੇ, ਜਦੋਂ ਤਿੰਨਾਂ ਵਿੱਚ ਇੱਕ ਪੂਰਾ ਤਾਲਮੇਲ ਆ ਇੱਕ ਵਿਦਿਆਰਥੀ ਦੇ ਭਵਿੱਖ ਨੂੰ ਲੈ ਕੇ, ਤਾਂ ਨਤੀਜੇ ਬਹੁਤ ਚੰਗੇ ਮਿਲਦੇ ਨੇ। ਸਤਨਾਮ ਜੀ। ਪੂਰਨ ਜੀ, ਤੁਸੀਂ ਮੇਨ ਵਿਸ਼ਾ ਕਿਹੜਾ ਚੁਣਿਆ ਜਿਹੜਾ ਸਟੱਡੀ ਨੂੰ ਲੈ ਕੇ, ਤੇ ਉਸ ਵਿਸ਼ੇ ਵਿੱਚ ਕਿੰਨੇ ਕੁ ਜਿਹੜੇ ਬੱਚਿਆਂ ਨੂੰ ਅੱਗੇ ਜਿਹੜੀ ਸਫਲਤਾ ਮਿਲੀ ਹੈ? ਮੇਨ ਵਿਸ਼ਾ ਇੱਕ ਆਪਣਾ ਹੁੰਦਾ ਹੈ, ਉਹ ਵੀ ਤੁਹਾਨੂੰ ਚੁਣਿਆ ਹੋਣਾ ਹੈ। ਜੀ ਹਾਂਜੀ, ਵੈਸੇ ਤਾਂ ਪ੍ਰਾਇਮਰੀ ਪੱਧਰ ਤੇ ਲਗਭਗ ਸਾਨੂੰ ਸਾਰੇ ਹੀ ਵਿਸ਼ੇ ਪੜ੍ਹਾਉਣੇ ਹੁੰਦੇ ਨੇ, ਪਰ ਜਿਵੇਂ ਆਪਣੀ ਮਾਤ ਭਾਸ਼ਾ ਪੰਜਾਬੀ ਆ, ਕਿਉਂਕਿ ਮੈਂ MA ਪੰਜਾਬੀ ਕੀਤੀ ਆ, ਸਾਹਿਤ 'ਚ ਮੇਰਾ ਸ਼ੁਰੂ ਤੋਂ ਹੀ ਬਹੁਤ ਰੁਚੀ ਰਹੀ ਆ। ਮੇਰੀ ਆਪਣੀ ਕਲਮ ਤੋਂ ਮੇਰੀਆਂ 2 ਪੁਸਤਕਾਂ ਨੇ, ਜਿਹੜੀਆਂ ਪਹਿਲੀ ਪੁਸਤਕ ਸੀਗੀ ਮੇਰੀ ਭਾਸ਼ਾ ਮੇਰਾ ਗਿਆਨ, ਤੇ ਦੂਜੀ ਪੁਸਤਕ ਹੈ ਚਰਖਾ ਬੋਲੇ ਮੈਂ ਪੰਜਾਬੀ। ਇਹ ਲੋਕ ਅਰਪਣ ਹੋ ਚੁੱਕੀਆਂ ਨੇ। ਤੇ ਜਿਹੜੀ ਮੇਰੀ ਪਹਿਲੀ ਪੁਸਤਕ ਆ ਮੇਰੀ ਭਾਸ਼ਾ ਮੇਰਾ ਗਿਆਨ, ਇਸ ਵਿੱਚ ਇੱਕ ਐਵੇਂ ਦੀ ਯੋਜਨਾਬੰਦੀ ਕੀਤੀ ਗਈ ਆ ਵੀ ਕੋਈ ਵੀ ਵਿਦਿਆਰਥੀ ਜਾਂ ਕੋਈ ਵੀ ਦੇਸੀ ਵਿਦੇਸ਼ੀ ਬੰਦਾ ਜਿਸ ਨੇ ਵੀ ਪੰਜਾਬੀ ਸਿੱਖਣੀ ਆ ਬਹੁਤ ਸਹਿਜ ਸਰਲ ਤਰੀਕੇ ਨਾਲ, ਸ਼ੁੱਧ ਪੰਜਾਬੀ, ਤਾਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇਹ ਕਿਤਾਬ ਲਿਖੀ। ਸਤਨਾਮ ਜੀ, ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕਦੀ ਵੀ
ਚੌਥੀ ਜਾਂ ਪੰਜਵੀਂ ਦੇ ਵਿਦਿਆਰਥੀਆਂ ਨੂੰ ਮੈਂ ਕਦੀ ਪੰਜਾਬੀ ਵਿੱਚ ਲੇਖ ਨਹੀਂ ਕਰਵਾਉਂਦਾ ਜੀ। ਮੇਰੇ ਆਪਣੇ ਬੱਚਿਆਂ ਵਿੱਚ ਮੈਂ ਇੰਨੇ ਕੁ ਪੰਜਾਬੀ 'ਚ ਉਹਨਾਂ ਨੂੰ ਪਰਿਪੱਕ ਕਰ ਲੈਣਾ ਤੀਜੀ ਜਮਾਤ ਤੱਕ ਕਿ ਮੇਰੇ ਚੌਥੀ ਪੰਜਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ, ਆਪਾਂ ਕਿਸੇ ਵੀ ਵਿਸ਼ੇ ਤੇ ਉਹਨਾਂ ਨੂੰ ਕਹਿ ਦਈਏ ਵੀ ਬੱਚੇ ਇਸ ਵਿਸ਼ੇ ਤੇ ਤੁਸੀਂ ਇੱਕ ਲੇਖ ਲਿਖਣਾ, ਭਾਵੇਂ ਮੇਰੇ ਪਿਤਾ ਜੀ ਦੀਵਾਲੀ ਦਾ ਤਿਉਹਾਰ, ਭਾਵੇਂ ਕਿਸੇ ਮਹਾਨ ਸ਼ਖਸੀਅਤ ਤੇ ਜਿਵੇਂ ਭਗਤ ਸਿੰਘ ਤੇ ਜਾਂ ਸਵੇਰ ਦੀ ਸ਼ਹਿਰ ਤੇ, ਉਹ ਸਾਡੇ ਬੱਚੇ ਸਹਿਜੇ ਹੀ ਲਿਖ ਲੈਂਦੇ ਨੇ। ਕਿਉਂਕਿ ਮੇਨ ਹੁੰਦਾ ਜੀ ਬੱਚਿਆਂ ਵਿੱਚ ਮੌਲਿਕਤਾ ਦਾ ਸੰਚਾਰ ਕਰਨਾ ਕਿ ਬੱਚੇ ਆਪ ਕਿਸੇ ਵਿਸ਼ੇ ਪ੍ਰਤੀ ਆਪਣੇ ਵਿਚਾਰ ਦੇ ਸਕਦੇ ਹੋਣ। ਤੇ ਇਹ ਇਸ ਜਿਵੇਂ ਆਪ ਜੀ ਦਾ ਸਵਾਲ ਸੀਗਾ ਕਿ ਕਿਸ ਵਿਸ਼ੇ ਵਿੱਚ, ਤਾਂ ਮੈਂ ਦੱਸਣਾ ਚਾਹਾਂਗਾ ਕਿ ਪੰਜਾਬੀ ਮੇਰਾ ਮਨਪਸੰਦ ਵਿਸ਼ਾ ਵੀ ਰਿਹਾ ਤੇ ਸਾਡੀ ਮਾਤ ਭਾਸ਼ਾ। ਇਹ ਵੈਸੇ ਵੀ ਮਨੋਵਿਗਿਆਨ ਦਾ ਵੀ ਮੰਨਣਾ, ਪੂਰੀ ਵਿਸ਼ਵ ਵਿੱਚ ਮੰਨਣਾ ਕਿ ਜਦੋਂ ਤੱਕ ਆਪਾਂ ਇੱਕ ਛੋਟੇ ਬੱਚੇ ਨੂੰ ਉਹਦੀ ਮਾਤ ਭਾਸ਼ਾ ਵਿੱਚ ਪਰਿਪੱਕ ਨਹੀਂ ਕਰ ਲੈਂਦੇ, ਉਦੋਂ ਤੱਕ ਬੱਚੇ ਦੇ ਜਿਹੜੇ ਬਾਕੀ ਵਿਸ਼ਿਆਂ ਵਿੱਚ ਉਹ ਬੱਚਾ ਉਨਾ ਪਰਿਪੱਕ ਨਹੀਂ ਹੋ ਪਾਏਗਾ। ਹਾਂ, ਦੂਜੀ ਗੱਲ ਇਹ ਵੀ ਹੈ ਵੀ ਜਿੰਨਾ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਪਰਿਪੱਕ ਹੋਏਗਾ ਤਾਂ ਬਾਕੀ ਜਿਹੜੇ ਦੂਜੇ ਵਿਸ਼ੇ ਨੇ ਜਾਂ ਹੋਰ ਭਾਸ਼ਾਵਾਂ ਨੇ ਉਹਨੂੰ ਸਿੱਖਣੀਆਂ ਬਹੁਤ ਸੌਖੀਆਂ ਹੋਣਗੀਆਂ। ਜੀ ਪੂਰਨ ਜੀ, ਗੱਲ ਕਰੀਏ ਆਪਣਾ ਸਿੱਖਿਆ ਤੰਤਰ ਦੀ, ਤਾਂ +2 ਤੋਂ ਬਾਅਦ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਹੜਾ ਰਸਤਾ ਚੁਣਾ, ਤਾਂ ਤੁਸੀਂ ਕਿਸ ਨੂੰ ਇਹ ਮੰਨਿਆ, ਕਿਸ ਦੇ ਰਾਹੀਂ ਇਹ ਸਭ ਕੁਝ ਪ੍ਰਾਪਤ ਕੀਤਾ ਕਿ ਮੈਂ MA ਵੀ ਕਰਨੀ ਆ ਤੇ ਮਾਸਟਰ ਵਾਲੀ ਲਾਈਨ 'ਚ ਵੀ ਪੈਣਾ, ਕਿ ਬਚਪਨ ਤੋਂ ਹੀ ਇੱਛਾ ਸੀਗੀ ਕਿ ਮੈਂ ਅਧਿਆਪਕ ਬਣਨਾ ਜੀ? ਬਿਲਕੁਲ ਸਤਨਾਮ ਜੀ, ਅਸੀਂ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਵਿਖੇ ਪੜ੍ਹਦੇ ਹੁੰਦੇ ਸੀਗੇ ਜੀ। ਤੇ ਪੜ੍ਹਦੇ ਹੀ ਕਿਉਂਕਿ ਸਾਡੇ ਜੋ ਅਧਿਆਪਕ ਸਹਿਬਾਨ ਸੀਗੇ ਤਾਂ ਉਹਨਾਂ ਨੇ ਉੱਥੋਂ ਹੀ ਸਾਨੂੰ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਬੱਚਿਓ ਤੁਹਾਡੇ ਵਿੱਚ ਆਹ ਗੁਣ ਨੇ ਵੀ ਤੁਸੀਂ ਅਧਿਆਪਨ ਕਿੱਤੇ ਵੱਲ ਜਾ ਸਕਦੇ ਹੋ। ਤੇ ਉਹਨਾਂ ਅਧਿਆਪਕਾਂ ਨੇ ਹੀ ਸਾਡੀ ਉਦੋਂ ਅਗਵਾਈ ਕੀਤੀ ਕਿ ਤੁਸੀਂ ਅਧਿਆਪਨ ਖੇਤਰ ਵਿੱਚ ਜਾਇਓ। ਤਾਂ ਉਹਨਾਂ ਦੇ ਕਹੇ ਤੋਂ ਹੀ ਅਸੀਂ ਫਿਰ ਮੈਂ ETD ਦਾ ਐਂਟਰੈਂਸ ਦਿੱਤਾ ਤੇ ਅਧਿਆਪਨ ਕਿੱਤੇ ਵੱਲ ਆ ਗਏ। ਉਸ ਤੋਂ ਬਾਅਦ ਕਿਉਂਕਿ ਸਾਡੇ ਲਈ ਸਾਡੇ ਅਧਿਆਪਕ ਚਾਨਣ ਮੁਨਾਰੇ ਨੇ ਤੇ ਮੈਂ ਜਦੋਂ 12ਵੀਂ ਵੀ ਕੀਤੀ, ETD ਕੀਤੀ, ਉਦੋਂ ਬਾਅਦ ਵੀ ਸਾਡੇ ਜੋ ਅਧਿਆਪਕ ਸੀਗੇ ਅਸੀਂ ਹਮੇਸ਼ਾ ਹੀ ਉਹਨਾਂ ਦੇ ਚਰਨਾਂ 'ਚ ਜਾ ਕੇ ਬਹਿਣਾ ਤੇ ਉਹਨਾਂ ਨੂੰ ਕਹਿਣਾ ਵੀ ਦੱਸੋ ਜੀ ਗੁਰੂ ਜੀ, ਕਿਹੜੇ ਸਾਨੂੰ BA ਵਿੱਚ ਕਿਹੜੇ ਵਿਸ਼ੇ ਰੱਖਣੇ ਚਾਹੀਦੇ ਨੇ, MA ਕਿਹੜੇ ਵਿਸ਼ੇ ਰਾਹੀਂ ਕਰਨੀ ਚਾਹੀਦੀ ਆ। ਕਿਉਂਕਿ ਅਧਿਆਪਕਾਂ ਨੂੰ ਹੀ ਪਤਾ ਹੁੰਦਾ ਕਿ ਸਾਡੇ ਬੱਚੇ ਦਾ ਜੇ ਅਧਿਆਪਨ ਕਿੱਤੇ ਵਿੱਚ ਆਏ ਨੇ ਤਾਂ ਹੋਰ ਉਚਾਈਆਂ ਤੇ ਜਾਣ ਲਈ, ਬੁਲੰਦੀਆਂ ਛੂਹਣ ਲਈ ਇਹਨਾਂ ਨੂੰ ਕਿਹੜੇ ਵਿਸ਼ੇ ਪੜ੍ਹਨੇ ਚਾਹੀਦੇ ਨੇ। ਸੋ ਕਿਉਂਕਿ ਆਪਣੇ ਤੁਸੀਂ ਸਤਨਾਮ ਜੀ ਕਿਉਂਕਿ ਅਗਵਾਈ ਦੀ ਗੱਲ ਕੀਤੀ ਆ, ਚਲੋ ਕਿਤੇ ਥੋੜਾ ਜਿਹਾ ਇਸ ਗੱਲ ਦਾ ਮੈਂ ਇੱਥੋਂ ਇਸ ਆਪ ਜੀ ਦੇ ਰਾਹੀਂ ਇਹ ਸਾਡੇ ਵਿਭਾਗ ਨੂੰ ਜਾਂ ਪੂਰੇ ਇੱਕ ਪੰਜਾਬੀਆਂ ਨੂੰ ਇੱਕ ਮੈਂ ਬੇਨਤੀ ਗੁਜ਼ਾਰਿਸ਼ ਵੀ ਕਰਨੀ ਚਾਹਾਂਗਾ ਕਿ ਸਾਡੇ ਕਿਤੇ ਅਗਵਾਈ ਦੀ ਕਮੀ ਹੈ ਜੀ। ਕਿਉਂਕਿ ਸਾਡੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਮੈਂ ਕਹਾਂਗਾ ਵੀ ਜੇ ਸਕੂਲ ਪੱਧਰ ਤੋਂ ਹੀ ਅਗਵਾਈ ਕੀਤੀ ਜਾਵੇ, 5ਵੀਂ ਤੋਂ ਬਾਅਦ ਜਾਂ 8ਵੀਂ 'ਚ ਆਪਾਂ ਕਈ ਦੇਸ਼ਾਂ ਵਿੱਚ ਦੇਖਦੇ ਹਾਂ ਕਿ ਉਹ ਪ੍ਰਾਇਮਰੀ ਪੱਧਰ ਤੇ ਹੀ ਇੱਕ ਬੱਚੇ ਦੀ ਪ੍ਰਤਿਭਾ ਪਹਿਚਾਣ ਲੈਂਦੇ ਨੇ ਕਿ ਇਸ ਬੱਚੇ ਵਿੱਚ ਆਹ ਕਾਬਲੀਅਤ ਆ ਤੇ ਇਸ ਖੇਤਰ ਵਿੱਚ ਬੱਚਾ ਵਧੀਆ ਨਤੀਜੇ ਦੇ ਸਕਦਾ, ਕਾਮਯਾਬ ਹੋ ਸਕਦਾ। ਤਾਂ ਸਾਡੇ ਕਿਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ 12ਵੀਂ ਤੱਕ ਜਾਂ BA ਤੱਕ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿਸ ਖਾਸ ਖੇਤਰ ਵਿੱਚ ਜਾ ਸਕਦਾ। ਤਾਂ ਇਹ ਕਿਉਂਕਿ ਮੈਂ ਤਾਂ ਸਾਡੇ ਅਧਿਆਪਕਾਂ ਕੋਲ ਆਪ ਜਾ ਕੇ ਬੈਠਦਾ ਰਿਹਾ ਵੀ ਸਾਡੀ ਅਗਵਾਈ ਕਰੋ ਜੀ, ਅਸੀਂ ਕਿਸ ਖੇਤਰ ਵਿੱਚ ਕਾਮਯਾਬ ਹੋ ਸਕਦੇ ਹਾਂ। ਸੋ ਸਾਡੇ ਅਧਿਆਪਕਾਂ ਨੂੰ ਵੀ ਇਹ ਗੱਲ ਚਾਹੀਦੀ ਆ। ਮੈਂ ਬੇਨਤੀ ਕਰਾਂਗਾ ਸਾਰੇ ਪੰਜਾਬ ਦੇ ਸਾਡੇ ਅਧਿਆਪਕ ਸਾਥੀਆਂ ਨੂੰ ਕਿ ਆਪਾਂ ਜ਼ਰੂਰ ਇੱਕ ਬੱਚੇ ਨੂੰ ਦੀ ਅਗਵਾਈ ਕਰੀਏ, ਉਹਦੇ ਅੰਦਰ ਜੋ ਪ੍ਰਤਿਭਾ, ਜੋ ਕਲਾ ਇੱਕ ਬੈਠੀ ਆ, ਉਹਨੂੰ ਪਹਿਚਾਣ ਕੇ ਉਸ ਖੇਤਰ ਵਿੱਚ ਉਸ ਬੱਚੇ ਨੂੰ ਇੱਕ ਉੱਡਣ ਦਾ ਮੌਕਾ ਦਈਏ ਤਾਂ ਕਿ ਉਹ ਅੰਬਰਾਂ ਤੱਕ ਸਾਡੇ ਵਿਦਿਆਰਥੀ ਨੇ ਜਿਹੜੇ ਉਹ ਉਡਾਰੀਆਂ ਭਰ ਸਕਣ ਜੀ। ਇੱਕ ਜੀ ਬਹੁਤ ਜ਼ਿਆਦਾ ਗੱਲ ਦੇਖਣ ਵਾਲੀ ਹੈ ਕਿ ਜਦੋਂ ਬੱਚਾ ਪੜ੍ਹ ਲਿਖ ਜਾਂਦਾ ਉਸ ਨੂੰ ਮੇਨ ਮਕਸਦ ਨਹੀਂ ਆਪਣਾ ਪਤਾ ਲੱਗਦਾ, ਕਿਉਂਕਿ ਮੂਰਤੀਆਂ ਘੜੀਆਂ ਜਾਂਦੀਆਂ ਨੇ, ਜਿਹੜਾ ਮੂਰਤੀ ਘੜਦਾ ਉਸ ਨੂੰ ਪਤਾ ਹੁੰਦਾ ਵੀ ਇਹ ਇਸ ਮਿੱਟੀ 'ਚੋਂ ਆਹ ਮੂਰਤੀ ਬਣਨੀ ਹੈ। ਤਾਂ ਉਵੇਂ ਹੀ ਅਧਿਆਪਕਾਂ ਨਾਲ ਹੁੰਦਾ ਹੈ, ਅਧਿਆਪਕ ਪਹਿਚਾਣ ਲੈਂਦੇ ਨੇ ਬੱਚੇ ਵਿੱਚੋਂ ਵੀ ਆਹ ਬੱਚਾ ਇੱਥੇ ਸਟੈਂਡ ਕਰੇਗਾ। ਤਾਂ ਇਸੇ ਦੇ ਚੱਲਦੇ ਜਦੋਂ ਸਕੂਲ ਤੋਂ ਬਾਅਦ ਬੱਚਿਆਂ ਦੀ ਅਗਵਾਈ ਕੀਤੀ ਤੁਸੀਂ, ਕਿਹੜੀ ਮੇਨ ਫੀਲਡ 'ਚ ਬੱਚੇ ਗਏ ਤੇ ਕਿਹੜੇ ਅੱਜ ਉਹ ਮੁਕਾਮ ਹਾਸਲ ਕਰਕੇ ਬੈਠੇ ਨੇ ਤੇ ਸਰਕਾਰੀ ਅਦਾਰਿਆਂ ਵਿੱਚ ਅੱਜ ਨੌਕਰੀ ਲੱਗੀ ਆ? ਬਿਲਕੁਲ ਸਤਨਾਮ ਜੀ, ਕਿਉਂਕਿ ਅਸੀਂ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨਾਲ ਜੁੜੇ ਹੋਏ ਆ ਜੀ। ਤੇ ਪ੍ਰਾਇਮਰੀ ਪੱਧਰ ਦੇ ਜਿਹੜੇ ਸਾਡੇ ਵਿਦਿਆਰਥੀ ਨੇ, ਜਿਵੇਂ ਮੈਂ ਪਹਿਲਾਂ ਵੀ ਗੱਲ 'ਚ ਕਿਹਾ ਕਿ ਉਹਨਾਂ ਅੰਦਰ ਇੱਕ ਛੁਪੀ ਹੋਈ ਪ੍ਰਤਿਭਾ ਨੂੰ, ਹੁਨਰ ਨੂੰ ਅਸੀਂ ਇਕੱਲਾ ਬਾਹਰ ਹੀ ਨਹੀਂ ਕੱਢਿਆ, ਅਸੀਂ ਹਮੇਸ਼ਾ ਉਹਨਾਂ ਬੱਚਿਆਂ ਨਾਲ ਜੁੜੇ ਰਹੇ ਹਾਂ। ਉਹ ਭਾਵੇਂ 5ਵੀਂ ਤੋਂ ਬਾਅਦ ਬੱਚੇ ਸਾਡੇ ਕੋਲ ਉਚੇਰੀ ਸਿੱਖਿਆ ਲਈ ਚਲੇ ਜਾਂਦੇ ਨੇ, ਪਰ ਫਿਰ ਵੀ ਕਿਉਂਕਿ ਮੈਂ ਜ਼ਿਆਦਾਤਰ ਆਪਣੇ ਹੀ ਇਲਾਕੇ ਵਿੱਚ ਨੌਕਰੀ ਕੀਤੀ ਆ, ਕਿਉਂਕਿ ਮੇਰਾ ਜੱਦੀ ਪਿੰਡ ਡਕਾਲਾ ਤੇ ਦਸ਼ਮੇਸ਼ ਨਗਰ 2-3 ਕਿਲੋਮੀਟਰ ਹੀ ਆ।
ਡਕਾਲੇ ਦੇ ਜਾਂ ਦਸ਼ਮੇਸ਼ ਨਗਰ ਦੇ ਜਾਂ ਇਲਾਕੇ ਦੇ ਜਿਹੜੇ ਹੋਰ ਵੀ ਨੌਜਵਾਨ ਮੁੰਡੇ ਕੁੜੀਆਂ ਨੇ, ਮੈਂ ਸ਼ਾਮ ਨੂੰ ਹਮੇਸ਼ਾ ਉਹਨਾਂ ਲਈ ਉਪਲਬਧ ਹੁੰਨਾ ਤੇ ਉਹਨਾਂ ਨੂੰ ਆਪਣੇ ਘਰੇ ਬੁਲਾ ਕੇ ਜਾਂ ਸਾਡੇ ਡਕਾਲੇ ਖੇਡ ਸਟੇਡੀਅਮ ਵਿੱਚ ਬੁਲਾ ਕੇ ਬੱਚਿਆਂ ਦੀ ਲਗਾਤਾਰ ਅਗਵਾਈ ਕਰਦੇ ਆ। ਤੇ ਸਾਡੇ ਅੱਜ ਸੈਂਕੜੇ ਵਿਦਿਆਰਥੀ ਨੇ ਜਿਹੜੇ ਸਰਕਾਰੀ ਸੇਵਾਵਾਂ ਵਿੱਚ ਆਏ ਨੇ। ਬਹੁਤ ਸਾਰੇ ਬੱਚੇ ਨੇ ਜਿਹੜੇ ਪੰਜਾਬ ਪੁਲਿਸ ਵਿੱਚ ਨੇ, ਕੋਈ ਸਾਡੇ ਦਸ਼ਮੇਸ਼ ਨਗਰ ਦੇ ਕੁਝ ਬੱਚੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ, ਭਾਰਤੀ ਫੌਜ ਵਿੱਚ ਭਰਤੀ ਹੋਏ। ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇੱਕ ਸਾਡਾ ਵਿਦਿਆਰਥੀ UGC ਨੈਟ ਕਲੀਅਰ ਕਰਕੇ ਅੱਜ ਕੱਲ੍ਹ ਅਸਿਸਟੈਂਟ ਪ੍ਰੋਫੈਸਰ ਵੀ ਲੱਗਾ ਤੇ ਬਹੁਤ ਸਾਰੇ ਬੱਚੇ ਅਧਿਆਪਨ ਦੇ ਕਿੱਤੇ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਐਵੇਂ ਵੀ ਸਕੂਲ ਸਮੇਂ ਤੋਂ ਬਾਅਦ ਵੀ ਮੈਂ ਜਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਵੀ ਵਿਦਿਆਰਥੀਆਂ ਨਾਲ ਲਗਾਤਾਰ ਜੁੜੇ ਰਹਿੰਦੇ ਆ। ਵੱਖ-ਵੱਖ ਅਸੀਂ ਕੈਂਪਾਂ ਦਾ ਆਯੋਜਨ ਵੀ ਕਰਦੇ ਆ ਤੇ ਉਹਨਾਂ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਦੀ ਜਾਂ ਹੋਰ ਜਿਹੜੀਆਂ ਕਲਾਮਾਂ ਨੇ ਉਹਨਾਂ ਦੀ ਜਾਂ ਫਿਜ਼ੀਕਲ ਤਿਆਰੀ ਆ ਜਾਂ ਬੱਚਿਆਂ ਦੇ ਜਿਹੜੇ ਲਿਖਤੀ ਪੇਪਰ ਹੁੰਦੇ ਨੇ ਉਹਨਾਂ ਦੀ ਵੀ ਅਸੀਂ ਅਗਵਾਈ ਕਰਦੇ ਆ। ਤੇ ਅੱਜ ਬੜੀ ਖੁਸ਼ੀ ਹੁੰਦੀ ਆ, ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਸਾਡੇ ਸੈਂਕੜੇ ਵਿਦਿਆਰਥੀ ਸਾਨੂੰ ਕੋਈ ਭਾਰਤੀ ਫੌਜ ਦੀ ਵਰਦੀ ਵਿੱਚ ਮਿਲਦਾ, ਕੋਈ ਪੰਜਾਬ ਪੁਲਿਸ ਦੀ ਵਰਦੀ ਵਿੱਚ ਮਿਲਦਾ, ਕਈ ਬੱਚੀਆਂ ਸਾਡੀਆਂ ਸਾਨੂੰ ਜਦੋਂ ਨਰਸਾਂ ਲੱਗੀਆਂ ਮਿਲਦੀਆਂ ਨੇ ਤਾਂ ਉਹ ਸਾਡੇ ਲਈ ਇੱਕ ਬਹੁਤ ਮਾਣ ਦੀ ਗੱਲ ਹੁੰਦੀ ਆ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਕੋਸ਼ਿਸ਼ ਹੁੰਦੀ ਆ ਵੀ ਇਹ ਰਾਬਤਾ ਜੋ ਲਗਾਤਾਰ ਚੱਲਦਾ ਰਹੇ ਜੀ। ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦਾ ਸਿੱਖਿਆ ਜਿਹੜਾ ਵਿਭਾਗ ਹੈ ਇਸ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਉੱਠਦੇ ਰਹਿੰਦੇ ਆ ਸਮੇਂ-ਸਮੇਂ ਤੇ, ਹਾਲਾਂਕਿ ਜਿਹੜੇ ਆ ਪ੍ਰਸਥਿਤੀਆਂ ਨੇ ਪਹਿਲਾਂ ਨਾਲੋਂ ਬਹੁਤ ਬਦਲ ਗਈਆਂ ਨੇ। ਤਾਂ ਇਸੇ ਦੇ ਸਮੇਂ ਹੁਣ ਜਿਹੜਾ ਸਿੱਖਿਆ ਦਾ ਅਦਾਰਾ ਹੈ ਇਸ ਨੂੰ ਜੇਕਰ ਤੁਹਾਡੇ ਹੱਥ 'ਚ ਕੋਈ ਵੱਡੀ ਪਾਵਰ ਆਉਂਦੀ ਹੈ ਤਾਂ ਮੇਨ ਤੁਸੀਂ ਕਿੱਥੇ ਕਮਜ਼ੋਰੀ ਦੇਖਦੇ ਹੋ ਕਿ ਇੱਥੇ ਕਿ ਕਮਜ਼ੋਰੀ ਰੜਕਦੀ ਹੈ ਕਿ ਪੇਂਡੂ ਪੱਧਰ ਤੇ ਜਿਹੜਾ ਸਿੱਖਿਆ ਦਾ ਉਹ ਪ੍ਰਚਾਰ ਹੋਣਾ ਜਿਹੜਾ ਜ਼ਰੂਰੀ ਹੈ ਅੱਜ ਦੇ ਟਾਈਮ 'ਚ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਵਹਿਮ ਹੈ ਕਿ ਪ੍ਰਾਈਵੇਟ ਸਕੂਲ ਵਿੱਚ ਜਿਹੜਾ ਬੱਚਾ ਭੇਜੋ ਤਾਂ ਉੱਥੇ ਵਧੀਆ ਪੜ੍ਹੇਗਾ, ਪਰ ਜ਼ਿਆਦਾਤਰ ਬੱਚੇ ਜਿਹੜੇ ਆ ਦੇਖਿਆ ਜਾਂਦਾ ਹੈ ਕਿ ਜਿਹੜੇ ਸਰਕਾਰੀ ਸਕੂਲ 'ਚ ਪੜ੍ਹੇ ਹੋਏ ਨੇ ਅੱਜ ਉਹੀ ਜ਼ਿਆਦਾਤਰ ਵੱਡੇ ਅਹੁਦਿਆਂ 'ਤੇ ਬੈਠੇ ਆ, ਵੱਡੇ ਸਰਕਾਰੀ ਅਦਾਰਿਆਂ 'ਚ ਬੈਠੇ ਆ ਜੀ। ਬਿਲਕੁਲ ਸਤਨਾਮ ਜੀ, ਦੇਖੋ ਸਾਡੇ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ, ਸਾਡੇ 10 ਗੁਰੂ ਸਾਹਿਬਾਨਾਂ ਦੀ ਇਹ ਧਰਤੀ ਆ, ਇਹ ਯੋਧਿਆਂ ਦੀ ਸੂਰਵੀਰਾਂ ਦੀ ਧਰਤੀ ਆ ਪੰਜਾਬ। ਤੇ ਸਾਡੇ ਪੰਜਾਬੀਆਂ ਦੀ ਇੱਕ ਵਿਸ਼ੇਸ਼ਤਾ ਵਿਲੱਖਣਤਾ ਅਸੀਂ ਦੇਖੀ ਆ ਕਿ ਅਸੀਂ ਘੱਟ ਵਿੱਚ ਵੀ ਵੱਧ ਕਰਨ ਦੀ ਸਮਰੱਥਾ ਰੱਖਦੇ ਆ। ਪਿੱਛੇ ਜੀ ਆਪਾਂ ਨੇ ਦੇਖਿਆ ਵੀ ਸਾਡੇ ਹੜ੍ਹ ਆਇਆ ਪੰਜਾਬ ਵਿੱਚ ਤਾਂ ਸਾਡੇ ਪੰਜਾਬੀਆਂ ਨੂੰ ਕਹਿਣਾ ਨਹੀਂ ਪਿਆ, ਇਹ ਆਪ ਹੀ ਟਰੈਕਟਰ ਟਰਾਲੀਆਂ ਲੈ ਕੇ ਲੋਕਾਂ ਦੀ ਮਦਦ ਕਰਨ ਲਈ ਅੱਪੜ ਗਏ। ਸੋ ਇੱਥੇ ਮੈਂ ਇਹ ਗੱਲ ਤਾਂ ਕਹੀ ਆ ਵੀ ਸਾਨੂੰ ਉਸ ਘੱਟ ਵਿੱਚ ਵੀ ਵੱਧ ਕਰਨ ਦੀ ਇੱਕ ਗੁੜਤੀ ਮਿਲੀ ਹੋਈ ਆ, ਮੈਂ ਤਾਂ ਕਹਾਂਗਾ ਸਾਡੇ ਪੰਜਾਬ ਦੇ ਲੋਕਾਂ ਨੂੰ। ਤੇ ਅਸੀਂ ਭਾਵੇਂ ਚਲੋ ਕਈ ਚੁਣੌਤੀਆਂ ਸਾਡੇ ਸਰਕਾਰੀ ਸਕੂਲਾਂ ਵਿੱਚ ਹੈਗੀਆਂ ਨੇ, ਪਰ ਫਿਰ ਵੀ ਮੈਂ ਇਹੀ ਕਹਾਂਗਾ ਕਿ ਅਸੀਂ ਉਹਨਾਂ ਚੁਣੌਤੀਆਂ ਤੋਂ ਉੱਪਰ ਉੱਠਣਾ ਹੁੰਦਾ। ਅਸੀਂ ਇਹ ਦੇਖਣਾ ਹੁੰਦਾ ਵੀ ਮੈਂ ਕੀ ਕੀਤਾ ਜੀ, ਮੈਂ ਕਿੰਨਾ ਕੁ ਕੁਝ ਕਰ ਪਾ ਰਿਹਾ। ਤੇ ਸਾਡੇ ਲਈ ਹੁਣ ਸਾਡੇ ਸਕੂਲ ਸਿੱਖਿਆ ਵਿਭਾਗ ਨੇ ਬਹੁਤ ਉਪਰਾਲੇ ਕੀਤੇ ਨੇ ਜੀ, ਸਾਨੂੰ ਖੂਬਸੂਰਤ ਬਿਲਡਿੰਗਾਂ ਪ੍ਰਦਾਨ ਕੀਤੀਆਂ ਨੇ, ਸਾਡੇ ਸਾਰੇ ਬੱਚਿਆਂ ਲਈ ਬਹੁਤ ਤਰ੍ਹਾਂ ਦੀ ਵੱਖ-ਵੱਖ ਸਹੂਲਤਾਂ ਨੇ। ਤੇ ਹੁਣ ਇੱਕ ਅਧਿਆਪਕ ਤੇ ਆ ਜਾਂਦਾ ਵੀ ਜੇ ਇੱਕ ਅਧਿਆਪਕ ਆਪਣੀ ਆਈ ਤੇ ਆ ਜਾਵੇ ਤੇ ਅਧਿਆਪਕ ਆਪਣਾ ਬੈਸਟ ਦੇਵੇ ਤਾਂ ਅਸੀਂ ਬਹੁਤ ਕੁਝ ਕਰ ਰਹੇ ਹਾਂ। ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ 13 ਸਾਲ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਦਸ਼ਮੇਸ਼ ਨਗਰ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਅਸੀਂ ਉੱਥੇ ਇੰਨਾ ਜੀ ਜਾਨ ਨਾਲ ਕੰਮ ਕੀਤਾ। ਤੇ ਦਸ਼ਮੇਸ਼ ਨਗਰ ਇੱਕ ਅਜਿਹਾ ਪਿੰਡ ਸੀਗਾ ਕਿ ਉਸ ਪਿੰਡ ਦਾ ਇੱਕ ਵੀ ਬੱਚਾ ਪਿੰਡ ਚੋਂ ਉਸ ਸਮੇਂ 'ਚ ਕਿਸੇ ਪ੍ਰਾਈਵੇਟ ਸਕੂਲ ਵਿੱਚ ਵੀ ਨਹੀਂ ਜਾਂਦਾ ਸੀਗਾ, ਕਿਉਂਕਿ ਲੋਕਾਂ ਨੇ ਸਾਡੇ ਕੰਮ ਦੇਖਦੇ ਹੋਏ ਸਾਡੇ ਤੇ ਵਿਸ਼ਵਾਸ ਕੀਤਾ ਤੇ ਅਸੀਂ ਬੱਚਿਆਂ ਨਾਲ ਪੂਰਾ ਤਨਦੇਹੀ ਨਾਲ ਜਦੋਂ ਬੱਚਿਆਂ ਨੂੰ ਪੜ੍ਹਾਇਆ ਤਾਂ ਕੋਈ ਬੱਚਾ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਗਿਆ। ਅਜਿਹੀ ਕੋਈ ਗੱਲ ਨਹੀਂ ਆ ਜੀ, ਕਿਉਂਕਿ ਸਾਡੇ ਵਿਭਾਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਤੇ ਸਾਡੇ ਜਿਹੜੇ ਅਧਿਆਪਕ ਨੇ ਉਹ ਬਹੁਤ ਵੈਲ ਕੁਆਲੀਫਾਈਡ ਨੇ ਕਿਉਂਕਿ ਵੈਲ ਟ੍ਰੇਨਡ ਨੇ, ਸਾਰਾ ਕੁਝ ਸਾਡੇ ਅਧਿਆਪਕਾਂ ਕੋਲ ਹੁੰਦਾ ਤੇ ਅਸੀਂ ਲੱਗੇ ਹੋਏ ਹਾਂ ਜੀ ਬਹੁਤ ਜ਼ੋਰਾਂ ਸ਼ੋਰਾਂ ਨਾਲ। ਹਰ ਇੱਕ ਵਿਦਿਆਰਥੀ, ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਜੀ ਕਿ ਜੋ ਸਾਡੇ ਵਿਦਿਆਰਥੀ ਨੇ ਇਹ ਸਾਡੇ ਸਿਰਾਂ ਦਾ ਤਾਜ ਨੇ। ਸਾਡੇ ਵਿਦਿਆਰਥੀ ਜੇ ਸਕੂਲਾਂ 'ਚ ਵਿਦਿਆਰਥੀ ਨੇ ਤਾਂ ਅਸੀਂ ਆ, ਪਹਿਲਾਂ ਵਿਦਿਆਰਥੀ ਨੇ ਬਾਅਦ ਵਿੱਚ ਅਧਿਆਪਕ ਆ। ਜੇ ਵਿਦਿਆਰਥੀਆਂ ਕਰਕੇ ਹੀ ਅਸੀਂ ਆ, ਇੱਕ ਅਧਿਆਪਕ ਦੀ ਜਿਹੜੀ ਹੋਂਦ ਆ ਉਹ ਵਿਦਿਆਰਥੀਆਂ ਕਰਕੇ ਆ। ਸੋ ਸਾਡੀ ਹਮੇਸ਼ਾ ਮੇਰੇ ਸਮੇਤ ਸਾਰੇ ਅਧਿਆਪਕ ਸਾਥੀਆਂ ਦੀ ਸਾਡੀ ਇਹੀ ਇੱਕ ਕੋਸ਼ਿਸ਼ ਰਹਿੰਦੀ ਆ ਵੀ ਜਿਹੜੇ ਸਾਡੇ ਵਿਦਿਆਰਥੀ ਨੇ, ਜਿਹੜੇ ਸਾਡੇ ਸਿਰਾਂ ਦੇ ਤਾਜ ਨੇ, ਅਸੀਂ ਇਹਨਾਂ ਲਈ ਵੱਧ ਤੋਂ ਵੱਧ ਕਰ ਪਾਈਏ। ਇਹਨਾਂ ਲਈ ਹਮੇਸ਼ਾ ਇਹਨਾਂ ਲਈ ਕੁਝ ਕਰਨ ਲਈ, ਇਹਨਾਂ ਦੇ ਚੰਗੇ ਲਈ, ਇਹਨਾਂ ਦੀ ਭਲਾਈ ਲਈ ਅਸੀਂ ਹਮੇਸ਼ਾ ਤਤਪਰ ਹਾਂ ਜੀ।
ਤੇ ਸਾਡਾ ਸਕੂਲ ਸਿੱਖਿਆ ਵਿਭਾਗ ਹੁਣ ਬੜੀ ਜ਼ਬਰਦਸਤ ਯੋਜਨਾਬੰਦੀ ਚੱਲ ਰਹੀ ਆ ਤੇ ਆਪ ਜੀ ਦੇਖੋਗੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਵੇਂ ਆਪ ਜੀ ਨੇ ਕਿਹਾ ਵੀ ਵੱਡੇ ਅਫਸਰ ਸਰਕਾਰੀ ਸਕੂਲਾਂ ਚੋਂ ਹੀ ਨਿਕਲੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਸਾਡੇ ਵੱਡੇ ਵੱਡੇ ਅਫਸਰ ਸਰਕਾਰੀ ਸਕੂਲਾਂ ਵਿੱਚੋਂ ਹੀ ਨਿਕਲਣਗੇ ਜੀ। ਡਕਾਲੇ ਏਰੀਆ ਨੂੰ ਇਹ ਮਾਣ ਹਾਸਲ ਹੋਇਆ ਕਿ ਡਕਾਲੇ ਦੇ ਜੰਮਪਲ ਡਕਾਲੇ ਦੇ ਪੁੱਤ ਨੂੰ ਸਟੇਟ ਅਵਾਰਡ ਮਿਲਿਆ। ਇਲਾਕੇ ਵਿੱਚ ਕਿੰਨਾ ਕੁ ਖੁਸ਼ੀ ਦਾ ਮਾਹੌਲ ਹੈ ਤੇ ਕਿੰਨੇ ਕੁ ਲੋਕਾਂ ਦੇ ਮੈਸੇਜ ਖੁਸ਼ੀ ਭਰੇ ਆ ਗਏ ਆ। ਤਾਂ ਉਸ ਦੇ ਨਾਲ ਹੀ ਇੱਕ ਸਵਾਲ ਅਹਿਮ ਹੈ ਕਿ ਮੈਂ ਤੁਹਾਡੇ ਬਾਰੇ ਸੁਣ ਰਿਹਾ ਸੀਗਾ ਕਿ ਜੇਕਰ ਕਿਸੇ ਬੱਚੇ ਕੋਲ ਫੀਸ ਤੱਕ ਨਹੀਂ ਹੁੰਦੀ ਸੀਗੀ ਤਾਂ ਤੁਸੀਂ ਉਹਦੀ ਫੀਸ ਵੀ ਭਰਤੀ, ਸਕੂਲ ਤੋਂ ਇਲਾਵਾ ਵੀ ਜੇਕਰ ਕਿਤੇ ਉਸ ਨੂੰ ਲੋੜ ਪੈਂਦੀ ਹੈ ਤਾਂ ਉਹ ਫੀਸ ਵੀ ਤੁਸੀਂ ਦਿੰਦੇ ਸੀ। ਕੀ ਇਹ ਸਭ ਕੁਝ ਅੱਜ ਮਿਹਨਤ ਦਾ ਫਲ ਤੁਹਾਨੂੰ ਮਿਲਿਆ? ਬਿਲਕੁਲ ਸਤਨਾਮ ਜੀ, ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਵਿਦਿਆਰਥੀ ਜਾਂ ਬੱਚੇ ਸਾਡੇ ਸਿਰਾਂ ਦੇ ਤਾਜ ਨੇ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਐਵੇਂ ਦੇ ਲੋੜਵੰਦ ਸਾਡੇ ਸੰਪਰਕ 'ਚ ਆ ਜਾਂਦੇ ਨੇ ਤਾਂ ਜਿੰਨੇ ਕੁ ਵੀ ਚਲੋ ਸਾਡੇ ਕੋਲ ਸੰਸਾਧਨ ਨੇ ਇਹਨਾਂ 'ਚੋਂ ਕੋਸ਼ਿਸ਼ ਕਰੀਦੀ ਆ ਕਿ ਕੋਈ ਵੀ ਬੱਚਾ ਸਾਡਾ ਕਿਤੇ ਪੈਸੇ ਕਿੰਨੀ ਹੋ, ਕਿਉਂਕਿ ਅਸੀਂ ਆਪ ਚਲੋ ਉਹਨਾਂ ਹਾਲਾਤਾਂ ਵਿੱਚੋਂ ਲੰਘੇ ਆ, ਆਪ ਬੜੇ ਨਾਜ਼ੁਕ ਹਾਲਾਤਾਂ ਵਿੱਚੋਂ ਅਸੀਂ ਪੜ੍ਹਾਈ ਕੀਤੀ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਜਿੰਨਾ ਵੀ ਕਿਸੇ ਵਿਦਿਆਰਥੀਆਂ ਲਈ ਅਸੀਂ ਕਰ ਸਕਦੇ ਹਾਂ, ਚਾਹੇ ਬੱਚੇ ਉਹ ਸਾਡੇ ਪ੍ਰਾਇਮਰੀ ਪੱਧਰ ਦੇ ਨੇ, ਵੱਡੇ ਪੱਧਰ ਦੇ ਨੇ, ਹਰ ਤਰ੍ਹਾਂ ਨਾਲ ਅਸੀਂ ਬੱਚਿਆਂ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਬਹੁਤ ਸਾਰੇ ਕਈ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇੱਕ ਵਾਰ ਸਾਡੇ ਇੱਕ ਵਿਦਿਆਰਥੀ ਦੇ ਅੱਖ 'ਚ ਬਹੁਤ ਮੇਜਰ ਇੰਜਰੀ ਹੋ ਗਈ ਸੀਗੀ। ਮੈਂ ਖੁਦ ਉਹਨੂੰ ਆਪ ਰਜਿੰਦਰਾ ਹਸਪਤਾਲ ਲੈ ਕੇ ਗਿਆ ਤੇ ਉਸ ਬੱਚੇ ਦਾ ਸਾਰਾ ਟ੍ਰੀਟਮੈਂਟ ਕੰਪਲੀਟ ਕਰਾ ਕੇ ਉਸ ਬੱਚੇ ਦਾ ਬਿਲਕੁਲ ਸਹੀ ਆਪਰੇਟ ਕਰਾ ਕੇ ਅਸੀਂ ਘਰ ਪਰਤੇ। ਸਾਡੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇੱਕ ਬੱਚਾ ਅਸਿਸਟੈਂਟ ਪ੍ਰੋਫੈਸਰ ਲੱਗਾ ਹੋਇਆ ਤੇ ਬਹੁਤ ਗਰੀਬੀ ਸੀਗੀ ਘਰੇ, ਅਸੀਂ ਉਸ ਬੱਚੇ ਨੂੰ ਹਮੇਸ਼ਾ ਥਾਪੜਾ ਦੇ ਕੇ ਰੱਖਿਆ। ਜਦੋਂ ਵੀ ਉਸ ਬੱਚੇ ਨੇ ਕਿਤੇ ਪੇਪਰ ਦੇਣ ਜਾਣਾ ਜਾਂ ਬਾਹਰ ਇੰਟਰਵਿਊ ਤੇ ਜਾਣਾ, ਅਸੀਂ ਖੁਦ ਉਹਨੂੰ ਇੱਕ ਮਾਇਕੀ ਤੌਰ ਤੇ ਅਸੀਂ ਉਸ ਬੱਚੇ ਦੀ ਮਦਦ ਕਰਦੇ ਰਹੇ। ਸਾਡਾ ਇੱਕ ਬੱਚਾ ਵੌਇਸ ਆਫ ਪੰਜਾਬ ਦਾ ਸੈਮੀ ਫਾਈਨਲਿਸਟ ਆ, ਬੜੇ ਗਰੀਬ ਘਰ ਦਾ ਬੱਚਾ, ਅਸੀਂ ਉਸ ਬੱਚੇ ਨੂੰ ਹਮੇਸ਼ਾ ਆਪਣੇ ਕੋਲ ਉਹਦੀ ਮਦਦ ਕੀਤੀ ਤੇ ਉਸ ਬੱਚੇ ਨੂੰ ਥਾਪੜਾ ਦਿੱਤਾ ਵੀ ਜਾਓ ਬੱਚੇ ਤੁਸੀਂ ਆਪਣਾ ਤੁਹਾਡੀ ਜੋ ਕਲਾ ਜੋ ਤੁਹਾਡਾ ਹੁਨਰ ਆ ਉਹਦਾ ਪ੍ਰਦਰਸ਼ਨ ਕਰੋ। ਜਿੰਨੇ ਕੁ ਵੀ ਦੇਖੋ ਜੀ ਅਸੀਂ ਹੈਗੇ ਆ, ਜਿੰਨੇ ਕੁ ਵੀ ਸਾਡੇ ਕੋਲ ਸੰਸਾਧਨ ਨੇ ਉਹਨਾਂ ਵਿੱਚੋਂ ਕੋਸ਼ਿਸ਼ ਕਰੀਦੀ ਆ ਕਿ ਵਿਦਿਆਰਥੀਆਂ ਦੀ ਮਦਦ ਕਰੀਏ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਸਤਨਾਮ ਜੀ ਕਿ ਇਸ ਮਾਮਲੇ 'ਚ ਅਸੀਂ ਜੋ ਸਾਡੇ ਇਲਾਕੇ ਦੀਆਂ ਨੇੜੇ ਤੇੜੇ ਦੀਆਂ ਪੰਚਾਇਤਾਂ ਨੇ ਜਾਂ ਸਾਡੇ ਕੁਝ ਸਮਾਜ ਸੇਵੀ ਨੇ, ਕੁਝ NGO ਨੇ, ਅਸੀਂ ਉਹਨਾਂ ਨੂੰ ਜੋੜਿਆ ਸਾਡੇ ਸਕੂਲਾਂ ਨਾਲ। ਅਸੀਂ ਪੂਰੇ ਇਲਾਕੇ 'ਚ ਇੱਕ ਵਿਦਿਅਕ ਮਾਹੌਲ ਸਿਰਜਣ ਵਿੱਚ ਵੀ ਕਾਮਯਾਬ ਹੋਏ ਆ ਤੇ ਹੁਣ ਅੱਜ ਸਾਡੇ ਕੋਲ ਐਵੇਂ ਦੇ ਕੁਝ ਸਮਾਜ ਸੇਵੀ ਨੇ, ਕੁਝ ਕਲੱਬ ਜਾਂ NGO ਹੈਗੀਆਂ ਨੇ ਜਿਹੜੀਆਂ ਸਾਡੇ ਨਾਲ ਖੜੀਆਂ ਨੇ ਤੇ ਉਹ ਕਹਿੰਦੇ ਨੇ ਵੀ ਇਹ ਤੁਸੀਂ ਵਿਦਿਆਰਥੀਆਂ ਦੀ ਭਲਾਈ ਲਈ ਕੁਝ ਵੀ ਕਰੋ, ਕੋਈ ਕੈਂਪ ਲਗਾਓ ਜਾਂ ਕੋਈ ਵੀ ਐਵੇਂ ਦੇ ਪ੍ਰੋਗਰਾਮ ਰੱਖੋ ਜਿੱਥੇ ਵਿਦਿਆਰਥੀਆਂ ਦੀ ਆਪਾਂ ਭਲਾਈ ਕਰਦੇ ਆ। ਤਾਂ ਜੋ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਜਾਂ ਕਲੱਬ ਨੇ ਉਹ ਸਾਡੇ ਨਾਲ ਆ ਗਏ ਨੇ ਤੇ ਹੁਣ ਇੱਕ ਪੂਰਾ ਸਾਡੇ ਇਲਾਕੇ ਵਿੱਚ ਇੱਕ ਵਿਦਿਅਕ ਮਾਹੌਲ ਬਣ ਚੁੱਕਾ ਤੇ ਅਸੀਂ ਬੱਚਿਆਂ ਨੂੰ ਲਗਾਤਾਰ ਜੀਵਨ ਵਿੱਚ ਅੱਗੇ ਤੋਰ ਰਹੇ ਹਾਂ ਜੀ। ਤਾਂ ਮੇਰਾ ਲਾਸਟ ਸਵਾਲ ਹੈ ਕਿ ਅਧਿਆਪਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਅਧਿਆਪਕਾਂ 'ਤੇ ਦੋਸ਼ ਲੱਗਦੇ ਆ ਕਿ ਉਹ ਬੈਠ ਕੇ ਮੁੜ ਜਾਂਦੇ ਆ ਜਾਂ ਉੱਥੇ ਵਧੀਆ ਚੰਗੀ ਸਟੱਡੀ ਨਹੀਂ ਹੁੰਦੀ, ਜਿਸ ਦੇ ਕਾਰਨ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਸਟੱਡੀ ਤੋਂ ਦੂਰ ਰਹਿ ਜਾਂਦੇ ਨੇ। ਉਹਨਾਂ ਲਈ ਇੱਕ ਸੰਦੇਸ਼ ਜਾਂਦੀ ਜੀ। ਦੇਖੋ ਜੀ, ਵੈਸੇ ਤਾਂ ਸਾਡੇ ਸਾਰੇ ਹੀ ਅਧਿਆਪਕ ਸਾਹਿਬਾਨ ਬਹੁਤ ਮਿਹਨਤ ਕਰ ਰਹੇ ਨੇ ਜੀ, ਕਿਉਂਕਿ ਸਾਡਾ ਸਕੂਲ ਸਿੱਖਿਆ ਵਿਭਾਗ ਲਗਾਤਾਰ ਸਾਨੂੰ ਚੈੱਕ ਕਰਦੇ ਰਹਿੰਦੇ ਨੇ। ਵੱਖ-ਵੱਖ ਵਿਜ਼ਟਾਂ ਸਾਡੇ ਸਕੂਲਾਂ ਵਿੱਚ ਲਗਾਤਾਰ ਹੁੰਦੀਆਂ ਨੇ। ਫਿਰ ਵੀ ਮੈਂ ਇੰਨੇ ਜੋਗਾ ਤਾਂ ਨਹੀਂ ਕਿ ਸਾਡੇ ਸਾਥੀਆਂ ਨੂੰ ਕੋਈ ਸੁਝਾਅ ਦੇ ਸਕਾਂ। ਹਾਂ, ਇੱਕ ਬੇਨਤੀ ਜ਼ਰੂਰ ਕਰਾਂਗਾ, ਇੱਕ ਸੁਨੇਹਾ ਜ਼ਰੂਰ ਦੇਵਾਂਗਾ, ਕਿਉਂਕਿ ਮੈਂ ਇਹ ਨਹੀਂ ਕਹਾਂਗਾ ਕਿ ਸਾਡੀ ਕੋਈ ਚੋਣ ਹੋਈ ਆ ਕਿ ਸਾਡੇ ਵਿੱਚ ਕੋਈ ਐਵੇਂ ਦੀ, ਪਰ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਅਸੀਂ ਚੁਣੇ ਗਏ ਆ। ਕਿਉਂਕਿ ਜਿੱਥੋਂ ਮੈਂ ਕਿਹਾ, ਕਿਉਂਕਿ ਦੇਖੋ ਮੇਰਾ ਵਿਸ਼ਵਾਸ ਆਦਰਸ਼ਵਾਦ ਵਿੱਚ ਆ, ਅਧਿਆਤਮਵਾਦ ਵਿੱਚ ਮੈਂ ਵਿਸ਼ਵਾਸ ਰੱਖਦਾ। ਤਾਂ ਜੇ ਗੁਰਬਾਣੀ ਕਹਿੰਦੀ ਆ ਵੀ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਜਾਂ ਕਬੀਰ ਜੀ ਦਾ ਆਪਾਂ ਸ਼ਬਦ ਪੜ੍ਹਦੇ ਆ ਕਿ ਗੁਰੂ ਕੁਮਹਾਰ ਸ਼ਿਸ਼ ਕੁੰਭ ਹੈ, ਗੜ ਗੜ ਕਾਢੇ ਖੋਟ, ਅੰਦਰ ਹਾਸ ਸਹਾਰ ਦੇ ਬਾਹਰ ਵਾਹੇ ਚੋਟ। ਉਹ ਕਹਿੰਦੇ ਵੀ ਇੱਕ ਅਧਿਆਪਕ ਇੱਕ ਘੁਮਿਆਰ ਦੀ ਤਰ੍ਹਾਂ ਹੁੰਦਾ, ਜਿਹਦੇ ਕੋਲ ਗਿੱਲੀ ਮਿੱਟੀ, ਉਹ ਘੜੇ ਦੇ ਰੂਪ ਵਿੱਚ ਸਾਡੇ ਕੋਲ ਵਿਦਿਆਰਥੀ ਆਉਂਦੇ ਨੇ ਤੇ ਅਸੀਂ ਉਸ ਘੜੇ ਨੂੰ ਇੱਕ ਰੂਪ ਵੀ ਦੇਣਾ ਹੁੰਦਾ ਤੇ ਬਾਹਰੋਂ ਦੂਜੇ ਹੱਥ ਨਾਲ ਉਹਨੂੰ ਸੰਭਾਲਣਾ ਵੀ ਹੁੰਦਾ। ਤੇ ਮੈਂ ਇਸ ਮੰਚ ਤੋਂ ਸਾਰੇ ਸਾਡੇ ਅਧਿਆਪਕ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਓ, ਬੜਾ ਕੁਝ ਭਾਗਾਂ ਵਾਲੇ ਲੋਕ ਹੁੰਦੇ ਨੇ
ਜਿਨ੍ਹਾਂ ਨੂੰ ਇਹ ਕਿੱਤਾ ਮਿਲਦਾ ਤੇ ਅਸੀਂ ਭਾਗਾਂ ਵਾਲੇ ਹਾਂ, ਕਿਸਮਤ ਵਾਲੇ ਹਾਂ ਜਿਹੜਿਆਂ ਨੂੰ ਇਹ ਕਿੱਤਾ ਮਿਲਿਆ, ਮੁਬਾਰਕ ਕਿੱਤਾ ਮਿਲਿਆ। ਕਿਉਂਕਿ ਰੂਹਾਂ ਨੂੰ, ਜ਼ਿੰਦਗੀਆਂ ਨੂੰ ਸੰਵਾਰਨ ਦਾ ਜਿਹੜਾ ਅਵਸਰ ਆ ਉਹ ਹਰ ਕਿਸੇ ਨੂੰ ਨਹੀਂ ਮਿਲਦਾ, ਸਾਨੂੰ ਮਿਲਿਆ। ਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ, ਇੱਕ ਸੁਨੇਹਾ ਵੀ ਹੈ ਕਿ ਆਓ ਇਹਨਾਂ ਵਿਦਿਆਰਥੀਆਂ ਲਈ ਕੁਝ ਕਰ ਪਾਈਏ। ਕਿਉਂਕਿ 24 ਘੰਟਿਆਂ 'ਚੋਂ 6 ਘੰਟੇ ਸਾਡੇ ਕੋਲ ਹੁੰਦੇ ਨੇ, 18 ਘੰਟੇ ਤਾਂ ਇਹ ਮਾਪਿਆਂ ਕੋਲ ਹੀ ਹੁੰਦੇ ਨੇ। ਤੇ ਅਸੀਂ ਇੱਕ 24 ਘੰਟਿਆਂ ਦੀ ਯੋਜਨਾਬੰਦੀ ਨਾ ਵਿਦਿਆਰਥੀਆਂ ਦੀ ਕਰੀਏ। ਆਪਣੇ 6 ਘੰਟੇ ਜਿੱਥੇ ਇਹਨਾਂ ਨੂੰ ਬੈਸਟ ਦਈਏ, ਉੱਥੇ ਇਹਨਾਂ ਦੇ ਮਾਤਾ ਪਿਤਾ ਨਾਲ ਵੀ ਇੱਕ ਰਾਬਤਾ ਕਰਕੇ ਵੀ ਜਿਹੜੇ ਇਹਨਾਂ ਦੇ ਘਰਾਂ ਦੇ 18 ਘੰਟੇ ਬੀਤਦੇ ਨੇ ਉਹ ਇੱਕ ਐਵੇਂ ਦੇ ਬੀਤਣ। ਖਾਸ ਕਰਕੇ ਮੈਂ ਜਿਹੜੇ ਸਾਡੇ ਪਿੰਡਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਇਸ ਮੰਚ ਤੋਂ ਇੱਕ ਸੁਨੇਹਾ ਦਾਂਗਾ ਕਿ ਪਿਆਰੇ ਬੱਚਿਓ, ਜਦੋਂ ਤੁਸੀਂ 18 ਘੰਟੇ ਘਰੇ ਹੋ ਤਾਂ ਇੱਕ ਅਜਿਹਾ ਤੁਹਾਡਾ ਪੜ੍ਹਾਈ ਦੀ ਇੱਕ ਯੋਜਨਾਬੰਦੀ ਹੋਣੀ ਚਾਹੀਦੀ ਹੈ। ਤੁਹਾਡੇ ਸੌਣ ਦੇ ਕਿੰਨੇ ਘੰਟੇ, ਤੁਹਾਡੇ ਪੜ੍ਹਨ ਦੇ ਕਿੰਨੇ ਘੰਟੇ, ਖੇਡਣ ਦੇ ਕਿੰਨੇ ਘੰਟੇ, ਮਨੋਰੰਜਨ ਕਰਨ ਦੇ ਕਿੰਨੇ ਘੰਟੇ। ਜਦੋਂ ਤੁਹਾਡੇ ਜੀਵਨ ਵਿੱਚ ਇੱਕ ਯੋਜਨਾਬੰਦੀ ਆ ਜਾਏਗੀ ਤਾਂ ਇਸ 'ਚ ਕੋਈ ਸ਼ੱਕ ਨਹੀਂ ਆ ਕਿ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਆਪਣੇ ਜੀਵਨ ਵਿੱਚ ਬੁਲੰਦੀਆਂ ਛੂਹੋਗੇ ਤੇ ਇੱਕ ਕਾਮਯਾਬ ਇਨਸਾਨ ਬਣ ਕੇ ਇਸ ਸਮਾਜ ਵਿੱਚ, ਇਸ ਸੰਸਾਰ ਵਿੱਚ ਵਿਚਰੋਗੇ ਜੀ। ਸੋ ਇਹ ਸਨ ਅਧਿਆਪਕ, ਮੁੱਖ ਅਧਿਆਪਕ ਪੂਰਨ ਸਿੰਘ, ਜਿਨ੍ਹਾਂ ਨੇ ਆਪਣੀ ਸੰਘਰਸ਼ਮਈ ਜ਼ਿੰਦਗੀ ਵਿੱਚੋਂ ਅੱਜ ਉਹ ਮੁਕਾਮ ਹਾਸਲ ਕੀਤਾ ਹੈ ਜਿਸ ਦਾ ਹਰ ਇੱਕ ਅਧਿਆਪਕ ਸੁਪਨਾ ਪਾਲਦਾ। ਤਾਂ ਹਜ਼ਾਰਾਂ ਦੀ ਗਿਣਤੀ ਵਿੱਚੋਂ ਪੰਜਾਬ ਵਿੱਚੋਂ ਇਹਨਾਂ ਨੂੰ ਬੀਤੇ ਕੱਲ੍ਹ ਸਟੇਟ ਅਵਾਰਡ ਮਿਲਿਆ ਤੇ ਅਸੀਂ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਉੱਥੇ ਹੀ ਕਾਮਨਾ ਕਰਦੇ ਹਾਂ ਕਿ ਅਜਿਹੇ ਹੀ ਅਧਿਆਪਕ ਜਿਹੜੇ ਸਾਡੇ ਸਕੂਲਾਂ ਵਿੱਚੋਂ ਅੱਗੇ ਆਉਣ ਤੇ ਆਪ ਮੁਹਾਰੇ ਜਿਹੜਾ ਬੱਚਿਆਂ ਦਾ ਉਹਨਾਂ ਮੁਕਾਮਾਂ ਤੇ ਲੈ ਕੇ ਜਾਣ ਬੱਚਿਆਂ ਨੂੰ, ਜਿੱਥੋਂ ਤੱਕ ਬੱਚਿਆਂ ਦਾ ਮਨ ਵਿੱਚ ਕੋਈ ਫੁਰ ਨਾ ਜਿਹੜਾ ਉੱਗਦਾ। ਤਾਂ ਅਜਿਹੀ ਹੋਰ ਜਾਣਕਾਰੀ ਲੈ ਕੇ ਮੁੜ ਤੋਂ ਹਾਜ਼ਰ ਹੋਵਾਂਗੇ। ਰੋਜ਼ਾਨਾ ਲੋਕਨਾਥ ਟੀਵੀ ਨਾਲ ਬਣੇ ਰਹੋ। ਮੈਂ ਸਤਨਾਮ ਸਿੰਘ ਬਠੋਈ, ਕੈਮਰਾਮੈਨ ਗੁਰਵੀਰ ਦੇ ਨਾਲ।